एवरीवन। ਹੁਣ ਅਸੀਂ ਕਰ ਰਹੇ ਹਾਂ ਸਾਡਾ ਬੀਐਡ ਫਸਟ ਈਅਰ ਦਾ ਜੋ ਟੀਚਿੰਗ ਸਬਜੈਕਟ ਹੈ ਟੀਚਿੰਗ ਆਫ ਪੰਜਾਬੀ, ਜਿਹਦੇ ਵਿੱਚ ਆਪਾਂ ਆਪਣੀ ਤੀਸਰੀ ਯੂਨਿਟ ਸਟਾਰਟ ਕੀਤੀ ਹੋਈ ਆ। ਜਿਹੜੇ ਆਪਾਂ ਪ੍ਰੀਵੀਅਸ ਲੈਕਚਰ ਕੀਤੇ ਸੀਗੇ ਉਹਨਾਂ ਵਿੱਚ ਆਪਾਂ ਸਾਡੇ ਕੁਛ ਇੱਕ ਜਿਹੜੇ ਟੀਚਿੰਗ ਮੈਥਡ ਸੀ ਉਹ ਕੀਤੇ ਸੀਗੇ ਕਿ ਗ੍ਰਾਮਰ ਦਾ ਜਿਹੜਾ ਟੀਚਿੰਗ ਮੈਥਡ ਕੀ ਹੁੰਦਾ ਗਾ, ਪ੍ਰੋਜ਼ ਜਾਂ ਫਿਰ ਪੋਇਟਰੀ ਜਾਂ ਕੰਪੋਜੀਸ਼ਨ ਦਾ ਟੀਚਿੰਗ ਮੈਥਡ ਕੀ ਹੁੰਦਾ ਗਾ। ਤੇ ਅੱਜ ਆਪਾਂ ਆਪਣੇ ਲੈਕਚਰ ਵਿੱਚ ਸਟਾਰਟ ਕਰਾਂਗੇ ਵਿਆਪਕ ਪਾਠ ਯੋਜਨਾ, ਕਿਉਂਕਿ ਕਿਸੇ ਵੀ ਚੀਜ਼ ਨੂੰ ਪੜ੍ਹਾਉਣ ਲਈ ਕਿਸੇ ਵੀ ਜਿਹੜਾ ਪੋਇਮ ਹੈ ਜਾਂ ਫਿਰ ਪ੍ਰੋਜ਼ ਹੈ ਜਾਂ ਫਿਰ ਕੰਪੋਜੀਸ਼ਨ ਆ ਉਹਨੂੰ ਪੜ੍ਹਾਉਣ ਲਈ ਇੱਕ ਨਾ ਯੋਜਨਾ ਤਿਆਰ ਕਰਨੀ ਪੈਂਦੀ ਹੈ, ਤਾਂ ਜਾ ਕੇ ਸਾਡੀ ਜਿਹੜੀ ਟੀਚਿੰਗ ਆ ਉਹ ਸਕਸੈਸ ਹੋ ਪਾਉਂਦੀ ਹੈ। ਕਿਸੇ ਵੀ ਚੀਜ਼ ਨੂੰ ਜਿਹੜੇ ਉਹਦੇ ਉਦੇਸ਼ ਨੇ ਸਹੀ ਮਾਇਨੇ ਵਿੱਚ ਪ੍ਰਾਪਤ ਕਰਨ ਵਾਸਤੇ ਸਾਨੂੰ ਜਿਹੜੀ ਵਿਆਪਕ ਪਾਠ ਯੋਜਨਾ ਹੈਗੀ ਆ ਜਾਂ ਫਿਰ ਪਾਠ ਯੋਜਨਾ ਉਹ ਬਣਾਉਣੀ ਪੈਂਦੀ ਆ। ਦੇਖੋ ਆਪਾਂ ਆਪਣੀ ਜ਼ਿੰਦਗੀ ਵਿੱਚ ਕੋਈ ਵੀ ਕੰਮ ਕਰਦੇ ਹਾਂ ਤਾਂ ਕੰਮ ਕਰਨ ਤੋਂ ਪਹਿਲਾਂ ਉਹਦੀ ਪਲਾਨਿੰਗ ਕਰਨੀ ਹੈ ਕਿ ਇਹ ਕੰਮ ਆਪਾਂ ਕਦੋਂ ਕਰਨਾ ਗਾ, ਕਿਵੇਂ ਕਰਨਾ ਗਾ, ਕਿੰਨੇ ਟਾਈਮ 'ਚ ਆਪਾਂ ਕਰਨਾ ਗਾ, ਤਾਂ ਜਾ ਕੇ ਕਿਤੇ ਉਹ ਆਪਣਾ ਕੰਮ ਸਹੀ ਸਮੇਂ ਸਿਰ ਜਿਹੜਾ ਪੂਰਾ ਹੁੰਦਾ ਔਰ ਸਹੀ ਜਿਹੜੇ ਰੂਪ ਵਿੱਚ ਉਹ ਪੂਰਾ ਹੁੰਦਾ। ਤਾਂ ਇਸ ਕਰਕੇ ਅਧਿਆਪਕ ਨੂੰ ਵੀ ਆਪਣੀ ਜਿਹੜਾ ਅਧਿਆਪਨ ਹੈ ਉਹਨੂੰ ਸਫਲਤਾਪੂਰਵਕ ਪੂਰਾ ਕਰਨ ਵਾਸਤੇ ਇੱਕ ਪਾਠ ਦੀ ਯੋਜਨਾ ਬਣਾਉਣੀ ਪੈਂਦੀ ਆ। ਇੱਕ ਪਾਠ ਦੇ ਨਹੀਂ ਸਗੋਂ ਜਿਹੜਾ ਵੀ ਉਹਨੇ ਸਿਲੇਬਸ ਸਾਲ ਭਰ 'ਚ ਬੱਚੇ ਨੂੰ ਕਰਵਾਉਣਾ ਉਹ ਸਾਰੇ ਸਿਲੇਬਸ ਦੀ ਉਹਨੂੰ ਇੱਕ ਯੋਜਨਾ ਬਣਾ ਕੇ ਚੱਲਣਾ ਪੈਂਦਾ ਕਿ ਉਹਨੇ ਜਿਹੜਾ ਸਿਲੇਬਸ ਹੈ ਉਹ ਕਿੰਨੇ ਟਾਈਮ ਵਿੱਚ ਕਰਵਾਉਣਾ ਗਾ, ਕਿਹੜੀਆਂ ਜਿਹੜੀਆਂ ਟੀਚਿੰਗ ਏਡਸ ਨੇ ਜਾਂ ਫਿਰ ਜਿਹੜੇ ਮੈਥਡ ਨੇ ਉਹ ਉਹਨਾਂ ਦੇ ਥਰੂ ਕਰਵਾਉਣਾ ਗਾ, ਕਿੰਨੇ ਟਾਈਮ ਵਿੱਚ ਆਪਾਂ ਜਾਂ ਫਿਰ ਫਸਟ ਟਰਮ ਦਾ ਜਿਹੜਾ ਸਿਲੇਬਸ ਆ ਉਹ ਕਿੰਨੇ ਟਾਈਮ ਵਿੱਚ ਆਪਾਂ ਕਰਵਾ ਦੇਣਾ। ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਕਸੈਸ ਕਰਨ ਵਾਸਤੇ ਜਾਂ ਸਿਲੇਬਸ ਨੂੰ ਸਫਲਤਾਪੂਰਵਕ ਮਿੱਥੇ ਸਮੇਂ ਵਿੱਚ ਪੂਰਾ ਕਰਨ ਵਾਸਤੇ ਸਾਨੂੰ ਪਾਠ ਯੋਜਨਾ ਦੀ ਜ਼ਰੂਰਤ ਪੈਂਦੀ ਹੈ। ਇੱਕ ਉਹਦੀ ਯੋਜਨਾ ਬਣਾਉਣੀ ਪੈਂਦੀ ਹੈ ਤਾਂ ਉਸੇ ਨੂੰ ਪਾਠ ਯੋਜਨਾ ਕਿਹਾ ਜਾਂਦਾ। ਹੁਣ ਆਪਾਂ ਇਹਦੀ ਪਰਿਭਾਸ਼ਾ ਦੀ ਗੱਲ ਕਰਦੇ ਹਾਂ। ਜਿਹੜਾ ਬੋਸਿੰਗ ਨੇ ਇਹਦੀ ਪਰਿਭਾਸ਼ਾ ਦਿੱਤੀ ਆ, ਜਿਹੜੇ ਵਿਦਵਾਨ ਸਨ ਐਜੂਕੇਸ਼ਨਿਸਟ ਸਨ, ਉਹਨਾਂ ਦਾ ਕਹਿਣਾ ਕਿ ਪਾਠ ਯੋਜਨਾ ਉਸ ਵਿਵਰਣ ਦਾ ਨਾਮ ਹੈ ਜਿਸ ਵਿੱਚ ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਕਿਸੇ ਪਾਠ ਤੋਂ ਕੀ ਉਪਲਬਧੀਆਂ ਪ੍ਰਾਪਤ ਕਰਨੀਆਂ ਨੇ, ਮਤਲਬ ਆਪਾਂ ਜਿਹੜਾ ਪਾਠ ਕਰਾਉਣਾ ਹੈ ਸਾਡਾ ਕਰਾਉਣ ਦਾ ਕੀ ਮਕਸਦ ਹੈ ਉਸ ਚੀਜ਼ ਦਾ, ਅਤੇ ਉਹਨਾਂ ਨੂੰ ਕਿੰਨਾ ਸਾਧਨਾਂ ਦੁਆਰਾ ਸ਼੍ਰੇਣੀ ਦੀਆਂ ਕਿਰਿਆਵਾਂ ਦੇ ਫਲਸਰੂਪ ਪ੍ਰਾਪਤ ਕਰਨਾ ਹੈ। ਉੱਥੇ ਕਿਹੜੀਆਂ ਜਿਹੜੀਆਂ ਐਕਟੀਵਿਟੀਜ਼ ਨੇ ਜਾਂ ਫਿਰ ਸਟ੍ਰੈਟੇਜੀਜ਼ ਨੇ ਉਹ ਕਿਹੜੀਆਂ ਬਣਾਉਣੀਆਂ ਨੇ, ਕਿਹੜੇ ਜਿਹੜੇ ਟੀਚਿੰਗ ਮੈਥਡ ਨੇ ਉਹ ਯੂਜ਼ ਕਰਨੇ ਨੇ ਅਸੀਂ। ਤੇ ਹਰ ਇੱਕ ਜਿਹੜਾ ਵਿਦਵਾਨ ਆ ਉਹ ਪਾਠ ਯੋਜਨਾ ਨੂੰ ਬਹੁਤ ਮਹੱਤਵ ਦਿੰਦਾ ਹੈ ਕਿ ਪਾਠ ਯੋਜਨਾ ਸਾਡੀ ਜ਼ਿੰਦਗੀ ਵਿੱਚ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ, ਖਾਸ ਕਰਕੇ ਆਪਣੇ ਜਿਹੜੇ ਉਦੇਸ਼ ਨੇ ਉਹਨਾਂ ਨੂੰ ਪ੍ਰਾਪਤ ਕਰਨ ਲਈ। ਕਿਉਂਕਿ ਕਿਸੇ ਯੋਜਨਾ ਦੇ ਅੰਤਰਗਤ ਹੀ ਅਸੀਂ ਕੀ ਕਰਦੇ ਹਾਂ, ਆਪਣਾ ਜਿਹੜਾ ਟੀਚਾ ਹੁੰਦਾ ਗਾ ਉਹਨੂੰ ਮਿੱਥੇ ਸਮੇਂ ਵਿੱਚ ਜਿਹੜਾ ਪੂਰਾ ਕਰ ਲੈਂਦੇ ਹਾਂ। ਇਸ ਤਰ੍ਹਾਂ ਪਾਠ ਯੋਜਨਾ ਵਿੱਚ ਸੰਭਾਵਿਤ ਸਿੱਖਿਆ ਉਦੇਸ਼ਾਂ ਦੀ ਪ੍ਰਾਪਤੀ ਲਈ ਉਹਨਾਂ ਵਿਵਹਾਰਿਕ ਕਿਰਿਆਵਾਂ ਤੇ ਕਾਰਜਾਂ ਦੀ ਸਿਧਾਂਤਕ ਵਿਆਖਿਆ ਹੁੰਦੀ ਹੈ ਜੋ ਅਧਿਆਪਕ ਨੇ ਸ਼੍ਰੇਣੀ ਵਿੱਚ ਕਰਵਾਉਣੀ ਹੁੰਦੀ ਹੈ। ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਦੀ ਕੀ ਲੋੜ ਆ, ਕੀ ਇਹਦੀ ਜਿਹੜੀ ਮਹੱਤਤਾ। ਆਪਾਂ ਇੱਥੇ ਗੱਲ ਕਰਾਂਗੇ ਨੀਡ ਤੇ ਇੰਪੋਰਟੈਂਸ ਦੀ, ਕਿ ਜਿਹੜੀ ਵਿਆਪਕ ਪਾਠ ਯੋਜਨਾ ਹੈਗੀ ਆ ਜਾਂ ਫਿਰ ਪਾਠ ਯੋਜਨਾ ਉਹਦੀ ਕੀ ਸਾਨੂੰ ਜ਼ਰੂਰਤ ਪੈਂਦੀ ਹੈ ਔਰ ਸਾਡੀ ਜ਼ਿੰਦਗੀ ਵਿੱਚ ਪਾਠ ਯੋਜਨਾ ਦੀ ਕੀ ਮਹੱਤਵ ਹੈ। ਖਾਸ ਕਰਕੇ ਇੱਕ ਅਧਿਆਪਕ ਤੇ ਇੱਕ ਜਿਹੜਾ ਸਟੂਡੈਂਟ ਹੈ ਜੋ ਵਿਦਿਆਰਥੀ ਹੈ ਉਹਨਾਂ ਦੀ ਜ਼ਿੰਦਗੀ ਵਿੱਚ ਜੋ ਪਾਠ ਯੋਜਨਾ ਉਹਦੀ ਕੀ ਮਹੱਤਵਤਾ ਹੈ, ਕੀ ਜਿਹੜੀ ਉਸਦੀ ਜ਼ਰੂਰਤ ਹੈ। ਆਪਾਂ ਗੱਲ ਕਰਦੇ ਹਾਂ ਨੀਡ ਐਂਡ ਇੰਪੋਰਟੈਂਸ ਦੀ। ਇਹਦੀ ਆਪਾਂ ਜ਼ਰੂਰਤ ਅਤੇ ਮਹੱਤਤਾ, ਲੋੜ ਅਤੇ ਮਹੱਤਤਾ। ਕਿਉਂ ਸਾਨੂੰ ਜ਼ਰੂਰੀ ਹੈ ਪਾਠ ਯੋਜਨਾ? ਦੇਖੋ ਪਾਠ ਯੋਜਨਾ ਦਾ ਸਭ ਤੋਂ ਵੱਡਾ ਫਾਇਦਾ ਕੀ ਹੈ ਕਿ ਜਿਹੜਾ ਕੰਮ ਹੈ ਉਹ ਸਮੇਂ ਸਿਰ ਪੂਰਾ ਹੋ ਜਾਂਦਾ ਹੈ। ਕੀ ਜ਼ਰੂਰਤ ਹੈ ਇਸਦੀ, ਕੀ ਲੋੜ ਹੈ ਅਤੇ ਇਸਦਾ ਕੀ ਮਹੱਤਵ ਹੈ। ਜੇਕਰ ਦੇਖਿਆ ਜਾਵੇ ਸਭ ਤੋਂ ਇਹਦਾ ਵੱਡਾ ਜਿਹੜਾ ਫਾਇਦਾ ਇਹ ਕੀ ਹੁੰਦਾ ਗਾ, ਇਹ ਹੁੰਦਾ ਗਾ ਜਿਹੜਾ ਵੀ ਆਪਾਂ ਪਾਠ ਕਰਵਾਉਣਾ ਕਲਾਸ ਵਿੱਚ, ਜਿਸ ਵੀ ਵਿਸ਼ੇ ਵਸਤੂ ਨੂੰ ਆਪਾਂ ਕਲਾਸ ਵਿੱਚ ਪੜ੍ਹਾਉਣਾ ਉਸਦੀ ਜਿਹੜੀ ਇੱਕ ਯੋਜਨਾ ਹੁੰਦੀ ਹੈ ਤਾਂ ਜਿਹੜਾ ਕਾਰਜ ਹੈ ਉਸਦਾ ਇੱਕ ਵਿਵਰਣ ਹੁੰਦਾ ਹੈ। ਅਧਿਆਪਕ ਨੂੰ ਫਿਰ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਂਦੀ ਹੈਗੀ ਕਿ ਇੱਧਰੋਂ ਉੱਧਰੋਂ ਨਹੀਂ ਦੇਖਣਾ ਪੈਂਦਾ, ਉਹਨੂੰ ਪਹਿਲਾਂ ਹੀ ਪਤਾ ਹੁੰਦਾ ਕਲਾਸ 'ਚ ਜਾਣ ਤੋਂ ਕਿ ਅੱਜ ਮੈਂ ਬੱਚਿਆਂ ਨੂੰ ਕੀ ਕਰਵਾ ਕੇ ਆਉਣਾ ਔਰ ਉਹ ਕਿੰਨਾ ਕਰਵਾ ਕੇ ਆਉਣਾ ਗਾ। ਤਾਂ ਆਪਾਂ ਇਹ ਲਿਖਦੇ ਹਾਂ ਕਿ ਕਾਰਜ ਦਾ ਵਿਵਰਣ, ਜਮਾਤ ਵਿੱਚ ਕਰਵਾਉਣ ਵਾਲੇ ਕਾਰਜ ਦਾ ਵਿਵਰਣ ਲਈ
ਕਰਵਾਉਣ ਵਾਲੇ ਕਾਰਜ ਦੇ ਵਿਵਰਣ ਲਈ। मतलब कि जो अध्यापक क्लास में जाता तो वो पहले एक वेरवा बना के लेके जाता कि मैं अज बच्चों को केड़ा टॉपिक करवाना गा, किस तरीके नाल करवाना गा, मतलब वो किहड़ियां टीचिंग एड यूज करनियां ने और किन्ने समय विच जिहड़ा उहनूं मैं कंप्लीट करना गा। तो सारियां जिहड़ियां चीज़ां ने वो नाल दी नाल अध्यापक पूरियां करके जांदा। तो इस करके इहदा जिहड़ा कार्य दा विवरण बनाउणा गा, कार्य दा विवरण बनाउण विच बहुत ज़्यादा महत्वता हैगी आ पाठ योजना की, ताकि जिहड़े अध्यापक है उन्होंने किसी भी तरीके की कोई दिक्कत ना आवे अपना सिलेबस कंप्लीट करवाउण विच, जां जिहड़ा पार्टिकुलर कोई टॉपिक करवाउणा चाहुंदा वो टॉपिक करवाउण वास्ते। अगे आपां गल करदे हां, इह जिहड़ा विषय वस्तु नूं निरंतरता प्रदान करदी है। ਉਹ एक पूरी तरतीब नाल जिहड़ा क्लास विच जांदा है अध्यापक, वो एक पूरी तरतीब बना के रखता है। विषय वस्तु विच निरंतरता, तो जिहड़ा काम आ वो लड़ीवार जुड़िया रहिंदा गा। आपां टॉपिक वाइज या फिर आपां यूनिट वाइज, यूनिट नूं जिन्ने भी टॉपिक ने टॉपिक वाइज एक तो वध एक, मतलब कि स्टैप बाय स्टैप जिहड़ा इत्थे काम हुंदा रहिंदा है। रोज़ पढ़ाए जाण वाले काम विच आपसी संबंध बनिया रहिंदा गा। जिद्दां आपां लैक्चर कर रहे हैं, लैक्चर बना रहे हैं, तो आप स्टैप बाय स्टैप आप पहले एक प्लैनिंग करके चलते हैं कि एक लैक्चर में असीं की पढ़ाउणा, किन्ना कुछ पढ़ाउणा, उहदे किहड़े-किहड़े जिहड़े पॉइंट ने क्लीयर करने, तो फिर उस तो बाद नैक्सट लैक्चर में असीं उही पॉइंट्स नूं पहलां वाले जिहड़ा लैक्चर बनाया सी उहदे नाल किवें संबंधित कर सकते हैं। अगे गल करते हैं आपां समय ते शक्ति की बचत। समय ते शक्ति की बचत, समय ते शक्ति की बचत तो की मतलब है कि पाठ योजना जो पहले बनी होंगी आ उदों समय की बचत भी होंगी है। जो क्लास में अध्यापक पढ़ाने लई जांदा ते उहदी शक्ति की बचत भी होंदा, क्योंकि उन्होंने पहले ही पता होंदा कि उन्होंने बच्चों को की पढ़ाउणा गा और किन्ने टाइम विचों जिहड़ा टॉपिक आ वो क्लीयर करना, और किहड़ियां जिहड़ियां टीचिंग एड्स ने या फिर टीचिंग मैथड आ वो उस टॉपिक को क्लीयर करने लई वरतिया जाना है। अगे आपां गल करदे कि यह अध्यापक नूं नियमित बनाउंदी है। अध्यापक नूं नियमित बनाउंदी है। अध्यापक नूं नियमित बनाउण दा की मतलब है कि यह एक आदत पै जांदी है फिर हर एक टॉपिक नूं पहलां ही लिखण दी या फिर पहलां एक प्लानिंग करन दी। जदों एक आदत पै जांदी है तो अध्यापक एक चंगा गुण हो जांदा ते अध्यापक पहलां नालों ज़्यादा जिहड़ा मेहनती है वो बन जांदा, क्योंकि वो जिहड़ा विषय वस्तु आ उहनूं समय सिर और एक चंगे तरीके नाल पूरा करवाउंदा। उहनूं एक आपां कह सकदे हां जदों उसकी जानकारी पहले ही उहदे कोल हुंदी आ कि मैं किस तरीके नाल करवाउणा, किहड़ियां टीचिंग एड ने, किहड़ा टीचिंग मैथड आ, तां ਉਹਦੇ ਨਾਲ ਜਿਹੜਾ ਟੌਪਿਕ ਉਹ ਜਲਦੀ ਵੀ ਕਲੀਅਰ ਹੋ ਜਾਂਦਾ ਗਾ ਔਰ ਜਿਹੜਾ ਜ਼ਿਆਦਾ ਚੰਗੀ ਤਰ੍ਹਾਂ ਕਲੀਅਰ ਹੋ ਜਾਂਦਾ ਤਾਂ ਅਧਿਆਪਕ ਨਾ ਨਿਯਮਿਤ ਰਹਿੰਦਾ ਗਾ, ਉਹ ਰੋਜ਼ ਦੀ ਜਿਹੜੀ ਪਲਾਨਿੰਗ ਆ ਉਹ ਕਰਕੇ ਰੱਖਦਾ ਹੈ। ਅੱਗੇ ਆਪਾਂ ਗੱਲ ਕਰਦੇ ਹਾਂ ਪੜ੍ਹਨ ਆਦਤ ਵਿੱਚ ਸੁਧਾਰ। ਪੜ੍ਹਨ ਆਦਤ ਵਿੱਚ ਸੁਧਾਰ, ਇਹ ਦੋਨਾਂ ਦੀ ਪੜ੍ਹਨ ਆਦਤ ਵਿੱਚ ਸੁਧਾਰ ਆਉਂਦਾ ਗਾ, ਟੀਚਰ ਦੀ ਵੀ ਔਰ ਸਟੂਡੈਂਟ ਦੀ। टीचर की और स्टूडेंट की जी पढ़न आदत ने उन्होंने सुधार होगा, क्योंकि ये एक नियमितता बनती है, एक जोड़ा रैगूलरिटी वो आ जाती है, तो जोड़ा पढ़ना वो सौखा हो जाता, क्योंकि वो जोड़ा विषय वस्तु भागों में वंड के जोड़ा पढ़ाया जाता है तो फिर उत्थे बच्चों को औखा नहीं लगता गा, तो बड़े इंटरस्ट नाल जोड़ा पढ़ना स्टार्ट करते हैं। अगे आपां गल करते हैं विषय वस्तु उत्ते पूरा अधिकार। अध्यापक का विषय वस्तु उत्ते पूरा अधिकार। विषय वस्तु उत्ते पूरा अधिकार किवें हो जाता है, क्योंकि जदों अध्यापक ने वो विषय पहला ही ਉਹਦੀ प्लैनिंग की हुई है कि मैं किहड़ा विषय उत्थे करवाउणा है, किस विषय वस्तु बारे असीं गल करदे हां, तां इसका मतलब है कि उन्हें जिहड़े विषय वस्तु नूं क्लास विच जाके पढ़ाउणा गा, तो ਉਹਦੇ वास्ते जिहड़ी भी लोड़ींदी जानकारी वो पहलां ही इकट्ठी की हुई है और विषय वो ऑलरेडी जिहड़ा पढ़िया जा चुकिया है अध्यापक द्वारा,
ਇਸ ਨਾਲ ਕੀ ਹੁੰਦਾ, ਉਹਦਾ ਵਿਸ਼ੇ ਉੱਪਰ ਜਿਹੜਾ ਪੂਰਾ ਅਧਿਕਾਰ ਹੁੰਦਾ ਅਧਿਆਪਕ ਦਾ, ਉਹਨੂੰ ਹਰ ਤਰੀਕੇ ਦੀ ਜਿਹੜੀ ਜਾਣਕਾਰੀ ਹੈ ਉਹ ਨੌਲੇਜ ਉਹਦੇ ਹੁੰਦੀ ਆ। ਸਟੂਡੈਂਟ ਕਿਹੋ ਜਿਹਾ ਵੀ ਸਵਾਲ ਕਰ ਲੈਣ ਉਸ ਵਿਸ਼ੇ ਵਸਤੂ ਬਾਰੇ ਤਾਂ ਜਿਹੜਾ ਅਧਿਆਪਕ ਉਹਦੇ ਕੋਲ ਹਰ ਉਹਨਾਂ ਦੇ ਕੁਐਸਚਨ ਦਾ ਜਿਹੜਾ ਆਨਸਰ ਹੁੰਦਾ। ਇਸ ਕਰਕੇ ਕਹਿ ਸਕਦੇ ਹਾਂ ਕਿ ਜਦੋਂ ਪਾਠ ਯੋਜਨਾ ਬਣੀ ਹੁੰਦੀ ਹੈ ਪਹਿਲਾਂ, ਤਾਂ ਪਾਠ ਯੋਜਨਾ ਵਿੱਚ ਆਪਾਂ ਜੋ ਵੀ ਪਾਠ ਕਰਾਉਣਾ ਤੇ ਉਹਦੇ ਉੱਤੇ ਜਿਹੜਾ ਅਧਿਆਪਕ ਦਾ ਪੂਰਾ ਅਧਿਕਾਰ ਹੁੰਦਾ, ਜਾਂ ਫਿਰ ਉਸ ਪਾਠ ਦੀ ਜਿਹੜੀ ਪੂਰੀ ਨੌਲੇਜ ਅਧਿਆਪਕ ਨੂੰ ਹੁੰਦੀ ਹੈ, ਤਾਂ ਫਿਰ ਅੱਗੇ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਉਸ ਵਿੱਚ ਕੋਈ ਦਿੱਕਤ ਨਹੀਂ ਆਉਂਦੀ। ਅੱਗੇ ਆਪਾਂ ਗੱਲ ਕਰਦੇ ਹਾਂ, ਸ਼੍ਰੇਣੀ ਨੂੰ ਅਨੁਸ਼ਾਸਨ ਵਿੱਚ ਰੱਖਣ ਦੀ ਹੈਲਪ ਕਰਦੀ ਹੈ। ਸ਼੍ਰੇਣੀ ਨੂੰ ਅਨੁਸ਼ਾਸਨ ਵਿੱਚ ਰੱਖਣ ਲਈ ਸਹਾਇਕ ਅਨੁਸ਼ਾਸਨ ਵਿੱਚ ਰੱਖਣ ਲਈ ਕਿਵੇਂ ਸਹਾਇਕ ਹੋ ਸਕਦਾ, ਜਿਵੇਂ ਆਪਾਂ ਪਹਿਲੀ ਗੱਲ ਕੀਤੀ ਕਿ ਟੀਚਰ ਦਾ ਵਿਸ਼ੇ ਉੱਪਰ ਪੂਰਾ ਅਧਿਕਾਰ ਹੋ ਜਾਂਦਾ ਗਾ, ਉਹਨੂੰ ਟੀਚਿੰਗ ਮੈਥਡ ਦੀ ਜਿਹੜੀ ਜਾਣਕਾਰੀ ਉਹ ਪਹਿਲਾਂ ਹੋ ਜਾਂਦੀ ਹੈ ਕਿ ਕਿਸ ਟੀਚਿੰਗ ਮੈਥਡ ਨਾਲ ਅਸੀਂ ਇਸ ਜਿਹੜੇ ਬੱਚਿਆਂ ਨੂੰ ਪਾਠ ਪੜ੍ਹਾਇਆ ਜਾਣਾ ਹੈ ਉਹ ਪੜ੍ਹਾਉਣਾ ਹੈ। ਵਿਦਿਆਰਥੀ ਅਧਿਆਪਕ ਦੋਨੇ ਹੀ ਜਿਹੜੀਆਂ ਕਿਰਿਆਵਾਂ ਹੁੰਦੀਆਂ ਨੇ ਕਰ ਰਹੇ ਹੁੰਦੇ ਨੇ ਪਾਠ ਪੜ੍ਹਨ ਲਈ, ਉਹਦੇ ਵਿੱਚ ਉਹ ਚਿੰਤਨ ਕਰਦੇ ਨੇ, ਉਹਦੇ ਵਿੱਚ ਵਿਅਸਤ ਰਹਿੰਦੇ ਨੇ, ਕਿਉਂਕਿ ਟੀਚਰਸ ਨੂੰ ਪਹਿਲਾਂ ਹੀ ਪਤਾ ਹੁੰਦਾ ਗਾ ਉਹਨਾਂ ਨੇ ਕੀ ਕਰਵਾਉਣਾ ਗਾ, ਕਿਹੜਾ ਮੈਥਡ ਯੂਜ਼ ਕਰਨਾ, ਕਿਵੇਂ ਬੱਚਿਆਂ ਨੂੰ ਇਹਦੇ ਵਿੱਚ ਪਾਰਟਿਸਿਪੇਟ ਕਰਵਾਉਣਾ ਗਾ, ਬੱਚਿਆਂ ਨੂੰ ਐਕਟਿਵ ਰੱਖਣਾ। ਤਾਂ ਫਿਰ ਬੱਚਿਆਂ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਉਹ ਸ਼ਰਾਰਤ ਕਰ ਸਕਣ। ਬੱਚੇ ਪ੍ਰੋਪਰ ਉਹ ਇੱਕ ਜਿਹੜਾ ਉਹਦੇ ਵਿੱਚ ਐਕਟਿਵ ਰਹਿੰਦੇ ਨੇ ਜੋ ਪਾਠ ਪੜ੍ਹ ਰਹੇ ਹੁੰਦੇ ਨੇ, ਤਾਂ ਜਿਸ ਨਾਲ ਕੀ ਹੁੰਦਾ ਗਾ, ਸ਼੍ਰੇਣੀ ਵਿੱਚ ਜਿਹੜਾ ਕਲਾਸ ਵਿੱਚ ਇੱਕ ਅਨੁਸ਼ਾਸਨ ਬਣਿਆ ਰਹਿੰਦਾ। ਇਸ ਕਰਕੇ ਜਦੋਂ ਪਾਠ ਯੋਜਨਾ ਪਹਿਲੀ ਬਣਾਈ ਗਈ ਹੁੰਦੀ ਹੈ ਤਾਂ ਉਹ ਸ਼੍ਰੇਣੀ ਵਿੱਚ ਇੱਕ ਅਨੁਸ਼ਾਸਨ ਬਣਾਉਣ ਵਿੱਚ ਵੀ ਬਹੁਤ ਸਹਾਇਕ ਹੁੰਦੀ ਹੈ। ਅਧਿਆਪਕ ਨੂੰ ਦੇਖਣ ਸੁਣਨ ਸਾਮਗਰੀਆਂ ਬਾਰੇ ਪਹਿਲਾਂ ਹੀ ਜਿਹੜਾ ਚੈਨ ਕਰਨਾ ਹੁੰਦਾ, ਜਿਹੜਾ ਉੱਥੇ ਦੇਖਣਾ ਹੁੰਦਾ ਕਿਹੜੀ ਸਾਮਗਰੀ ਨਾਲ ਪੜ੍ਹਾਉਣਾ ਹੈ, ਉਹਨੇ ਬਲੈਕਬੋਰਡ ਯੂਜ਼ ਕਰਨਾ ਹੈ ਜਾਂ ਫਿਰ ਉੱਥੇ ਉਹਨੇ ਕਿਸੇ ਚਾਰਟ ਨੂੰ ਯੂਜ਼ ਕਰਨਾ ਜਾਂ ਮੈਪ ਵਗੈਰਾ ਯੂਜ਼ ਕਰਨੇ, ਤਾਂ ਪਹਿਲਾਂ ਪਤਾ ਹੋਣ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਉਹ ਪ੍ਰੋਪਰ ਰੂਪ ਵਿੱਚ ਜਿਹੜਾ ਕਲਾਸ ਹੈ ਜਿਹੜੀ ਉਹ ਸੁਚਾਰੂ ਰੂਪ ਵਿੱਚ ਚਲਾ ਸਕਦਾ ਹੈ ਪੂਰੇ ਅਨੁਸ਼ਾਸਨ ਦੇ ਨਾਲ। ਤੇ ਇਹ ਤਾਂ ਸੀਗੇ ਇਹਦੇ ਲੋੜ ਤੇ ਮਹੱਤਵ ਦਾ, ਕਿ ਉਹਦੀ ਕੀ ਨੀਡ ਤੇ ਕੀ ਇੰਪੋਰਟੈਂਸ ਹੈ। ਸਾਨੂੰ ਪਤਾ ਲੱਗ ਗਿਆ ਕਿ ਬਹੁਤ ਜ਼ਿਆਦਾ ਜ਼ਰੂਰੀ ਹੈ, ਇਹਦਾ ਬਹੁਤ ਮਹੱਤਵ ਹੈ ਪਾਠ ਯੋਜਨਾ ਦਾ ਆਪਣੀ ਟੀਚਿੰਗ ਨੂੰ, ਅਧਿਆਪਕ ਨੂੰ ਸਕਸੈਸ ਕਰਨ ਵਾਸਤੇ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਜਿਹੜੀ ਪਾਠ ਯੋਜਨਾ ਹੋਣੀ ਕਿਹੋ ਜਿਹੀ ਚਾਹੀਦੀ ਆ, ਕੀ ਉਹਦੇ ਗੁਣ ਹੋਣੇ ਚਾਹੀਦੇ ਨੇ, ਕੀ ਉਹਦੇ ਜਿਹੜੇ ਸਿਧਾਂਤ ਨੇ ਉਹ ਹੋਣੇ ਚਾਹੀਦੇ ਨੇ। ਆਪਾਂ ਗੱਲ ਕਰਾਂਗੇ ਇੱਥੇ ਗੁਣ ਦੀ ਜਾਂ ਫਿਰ ਸਿਧਾਂਤ, ਕਿ ਜਿਹੜੀ ਚੰਗੀ ਪਾਠ ਯੋਜਨਾ ਅਗਰ ਆਪਾਂ ਕਹਿੰਦੇ ਹਾਂ ਕਿ ਉਹ ਪਾਠ ਯੋਜਨਾ ਇੱਕ ਸਫਲ ਰੂਪ ਵਿੱਚ ਆਪਣੇ ਅਧਿਆਪਨ ਨੂੰ ਸਫਲ ਕਰੇ, ਤਾਂ ਉਹਦੇ ਵਾਸਤੇ ਪਾਠ ਯੋਜਨਾ ਦੇ ਕੁਝ ਗੁਣ ਹੋਣੇ ਚਾਹੀਦੇ ਨੇ। ਕਿਉਂਕਿ ਪਾਠ ਯੋਜਨਾ ਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਪੂਰਾ ਪਾਠ ਪੜ੍ਹ ਕੇ ਗਏ ਹੋ, ਤੁਸੀਂ ਸੋਚਣਾ ਕਿ ਮੈਂ ਜੋ ਪੜ੍ਹ ਕੇ ਚੱਲਾਂਗਾ ਉੱਥੇ ਇਹੀ ਚੀਜ਼ਾਂ ਸਭ ਯੂਜ਼ ਕਰਨੀਆਂ ਨੇ, ਬਲਕਿ ਪਾਠ ਯੋਜਨਾ ਇਹੋ ਜਿਹੀ ਹੋਣੀ ਚਾਹੀਦੀ ਹੈ ਕਿ ਸਮੇਂ ਦੇ ਨਾਲ ਅਗਰ ਤੁਹਾਨੂੰ ਲੱਗਦਾ ਕਿ ਕਲਾਸ ਵਿੱਚ ਇਹ ਵਿਸ਼ਾ ਅਜੇ ਨਹੀਂ ਪੜ੍ਹਾਉਣਾ, ਜਾਂ ਫਿਰ ਇਸ ਵਿਸ਼ੇ ਵਿੱਚ ਅਸੀਂ ਕੀ ਹੋਰ ਐਡ ਕਰਦੇ ਹਾਂ, ਜਾਂ ਇਸ ਵਿਸ਼ੇ ਜੋ ਪਹਿਲਾਂ ਮਿੱਥ ਗਿਆ ਸੀ ਇਹਦੇ ਵਿੱਚ ਅਸੀਂ ਕੀ ਛੱਡ ਸਕਦੇ ਹਾਂ, ਤਾਂ ਉਸ ਤਰੀਕੇ ਦੀ ਹੋਣੀ ਚਾਹੀਦੀ ਹੈ, ਥੋੜੀ ਲਚੀਲੀ ਹੋਣੀ ਚਾਹੀਦੀ ਹੈ। ਵਿਦਿਆਰਥੀਆਂ ਦੀ ਜਿਹੜੀ ਮੈਂਟਲ ਐਬਿਲਿਟੀ ਹੈ, ਜਿਹੜਾ ਉਹਦਾ ਦੇਖ ਕੇ ਕਰਨਾ ਚਾਹੀਦਾ, ਵਿਅਕਤੀਗਤ ਜਿਹੜੀਆਂ ਭਿੰਨਤਾ ਹੋਣੀਆਂ ਚਾਹੀਦੀਆਂ ਨੇ। ਤੇ ਬਹੁਤ ਸਾਰੇ ਇਹੋ ਜਿਹੇ ਜਿਹੜੇ ਇਹਦੇ ਗੁਣ ਨੇ, ਜਾਂ ਫਿਰ ਆਪਾਂ ਸਿਧਾਂਤ ਕਹਿ ਲਈਏ ਤਾਂ ਆਪਾਂ ਉਹਦੀ ਗੱਲ ਕਰਾਂਗੇ ਇੱਥੇ ਕਿਹੜੇ ਕਿਹੜੇ ਗੁਣ ਜਾਂ ਸਿਧਾਂਤ ਚੰਗੀ ਪਾਠ ਯੋਜਨਾ ਦੇ ਹੋਣੇ ਚਾਹੀਦੇ ਨੇ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਜਿਹੜੀ ਚੰਗੀ ਪਾਠ ਯੋਜਨਾ ਹੁੰਦੀ ਹੈ ਉਹ ਲਿਖਤ ਪਾਠ ਯੋਜਨਾ ਹੁੰਦੀ ਹੈ। ਪਾਠ ਯੋਜਨਾ ਦਾ ਲਿਖਤੀ ਰੂਪ ਲਿਖ ਕੇ ਰੱਖਣੀ ਬਹੁਤ ਜ਼ਿਆਦਾ ਹੁੰਦੀ ਹੈ, ਜ਼ਰੂਰੀ ਹੁੰਦੀ ਹੈ, ਕਿਉਂਕਿ ਜਦੋਂ ਆਪਾਂ ਉਸ ਚੀਜ਼ ਨੂੰ ਲਿਖ ਕੇ ਰੱਖਦੇ ਹਾਂ, ਆਪਾਂ ਐਗਜ਼ਾਮਪਲ ਦੇ ਉਦਾਹਰਨ ਦੇ ਤੌਰ ਤੇ ਗੱਲ ਕਰਦੇ ਹਾਂ ਕਿ ਆਪਾਂ ਇੱਕ ਕੁਐਸਚਨ ਕਰਵਾਉਣਾ ਗਾ, ਜਿਵੇਂ ਕਿ ਕਵਿਤਾ ਪੜ੍ਹਾਉਣ ਦੀਆਂ ਵਿਧੀਆਂ ਦੀ ਗੱਲ ਕਰਦੇ ਹਾਂ, ਤਾਂ ਉਹ ਪਾਠ ਯੋਜਨਾ ਸਾਨੂੰ ਬਣਾਉਣੀ ਚਾਹੀਦੀ ਹੈ ਕਿ ਅੱਜ ਅਸੀਂ ਕਿਹੜਾ ਟੌਪਿਕ ਪੜ੍ਹਾਉਣਾ, ਉਸ ਤੋਂ ਬਾਅਦ ਕਿਸੇ ਜਿਹੜਾ ਅੱਜ ਕਵਿਤਾ ਸਿਖਾਉਣ ਦੀਆਂ ਵਿਧੀਆਂ ਕਰਵਾਉਣੀਆਂ ਨੇ, ਫਿਰ ਉਹ ਵਿਧੀਆਂ ਬਾਰੇ ਥੋੜਾ ਥੋੜਾ ਲਿਖ ਲੈਣਾ ਚਾਹੀਦਾ ਕਿ ਮੈਂ ਜਿਹੜੀ ਅਗਰ ਗੱਲ ਕਰੀਏ ਸ਼ਬਦਾਰਥ ਵਿਧੀ ਆ ਜਾਂ ਗੀਤ ਵਿਧੀ ਹੈ ਜਾਂ ਫਿਰ ਪ੍ਰਸ਼ਨ ਉੱਤਰ ਵਿਧੀ ਹੈ ਜਾਂ ਵਿਆਖਿਆ ਵਿਧੀ ਆ, ਕਿ ਇਹਦਾ ਕੀ ਮਤਲਬ ਹੁੰਦਾ ਔਰ ਕਿਸ ਤਰੀਕੇ ਨਾਲ ਇਹਨੂੰ ਜਿਹੜਾ ਪੜ੍ਹਾਇਆ ਉਹ ਜਾ ਸਕਦਾ ਹੈ। ਤਾਂ ਸਾਨੂੰ ਕੀ ਹੈ, ਜਿਹੜਾ ਵੀ ਆਪਾਂ ਵਿਸ਼ਾ ਵਸਤੂ ਪੜ੍ਹਾਉਣਾ ਗਾ ਉਹ ਲਿਖਤੀ ਰੂਪ ਵਿੱਚ ਉਹਦੀ ਪਾਠ ਯੋਜਨਾ ਬਣਾ ਲੈਣੀ ਚਾਹੀਦੀ ਹੈ ਕਿ ਕਿਸ ਤਰੀਕੇ ਦੇ ਜਿਹੜੇ ਬੱਚਿਆਂ ਤੋਂ ਕੁਐਸਚਨ ਕਰਨੇ ਨੇ, ਕਿਵੇਂ ਉਹਨਾਂ ਦੀ ਪ੍ਰੀਵੀਅਸ ਨੌਲੇਜ ਚੈੱਕ ਕਰਨੀ ਹੈ, ਕਿਵੇਂ ਉਸ ਪਾਠ ਯੋਜਨਾ ਨੂੰ ਅਸੀਂ ਜਿਹੜਾ ਪਿੱਛੇ ਪਾਠ ਪੜ੍ਹਾਇਆ ਸੀ ਉਹਦੇ ਨਾਲ ਜੋੜ ਕੇ ਅੱਗੇ ਉਹਨੂੰ
ਵਧਾ ਸਕਦੇ ਹਾਂ। ਤਾਂ ਇਸ ਕਰਕੇ ਹਰ ਇੱਕ ਚੀਜ਼ ਹੈ ਨਾ ਜਿਹੜਾ ਉਹ ਲਿਖਤੀ ਵਿੱਚ ਹੋਣਾ ਚਾਹੀਦਾ ਹੈ, ਤਾਂ ਕਿ ਜਿਹੜੇ ਉਹਦੇ ਮੁੱਖ ਤੱਤ ਨੇ ਉਹ ਸਾਡੇ ਦਿਮਾਗ ਵਿੱਚ ਸਿੱਥਰ ਹੋ ਜਾਣ। ਜਾਂ ਸਾਡੇ ਜਿਹੜੇ ਮੁੱਖ ਤੱਤ ਨੇ, ਅਸੀਂ ਜੋ ਜਿੱਥੋਂ ਸ਼ੁਰੂਆਤ ਕਰਨਾ ਚਾਹੁੰਦੇ ਹਾਂ, ਜਾਂ ਜਿਹੜੇ ਜਿਹੜੇ ਤੱਥਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਇਹ ਵਿਸ਼ੇ ਵਸਤੂ ਕਰਵਾਉਣਾ ਚਾਹੁੰਦੇ ਹਾਂ, ਤਾਂ ਸਾਨੂੰ ਕੋਈ ਦਿੱਕਤ ਨਾ ਹੋਵੇ, ਅਸੀਂ ਉਸ ਚੀਜ਼ ਨੂੰ ਮਿਸ ਨਾ ਕਰੀਏ। ਇਸ ਕਰਕੇ ਸਾਨੂੰ ਜਿਹੜੀ ਪਾਠ ਯੋਜਨਾ ਉਹ ਲਿਖਤੀ ਰੂਪ ਵਿੱਚ ਹੋਣੀ ਚਾਹੀਦੀ ਹੈ। ਦੂਸਰੀ ਆਪਾਂ ਗੱਲ ਕਰਦੇ ਹਾਂ ਸਪਸ਼ਟ ਉਦੇਸ਼। ਸਪਸ਼ਟ ਉਦੇਸ਼, ਜੋ ਵੀ ਪਾਠ ਯੋਜਨਾ ਅਸੀਂ ਬਣਾਈ ਹੈ ਉਹਦੇ ਜਿਹੜੇ ਉਦੇਸ਼ ਆ ਉਹ ਪੂਰੇ ਸਪਸ਼ਟ ਹੋਣੇ ਚਾਹੀਦੇ ਨੇ ਕਿ ਕਿੰਨਾ ਉਦੇਸ਼ਾਂ ਨੂੰ ਅਸੀਂ ਮੱਦੇ ਨਜ਼ਰ ਰੱਖਦੇ ਹੋਏ ਇਹ ਪਾਠ ਯੋਜਨਾ ਬਣਾਈ ਹੈ। ਪਾਠ ਯੋਜਨਾ ਦੇ ਦੋਨੇ ਉਦੇਸ਼ ਹੋਣੇ ਚਾਹੀਦੇ ਨੇ, ਜਿਹੜੇ ਜਨਰਲ ਏਮਸ ਨੇ ਔਰ ਜਿਹੜੇ ਸਪੈਸੀਫਿਕ ਏਮਸ ਨੇ। ਜਿਹੜੇ ਸਧਾਰਨ ਉਦੇਸ਼ ਤੇ ਜਿਹੜੇ ਵਿਸ਼ੇਸ਼ ਉਦੇਸ਼ ਨੇ, ਦੋਨੇ ਜਿਹੜੇ ਉਦੇਸ਼ ਆ ਉਹ ਲਿਖੇ ਹੋਣੇ ਚਾਹੀਦੇ ਨੇ। ਉਹ ਦੋਨੇ ਉਦੇਸ਼ ਪਾਠ ਯੋਜਨਾ ਵਿੱਚ ਹੋਣੇ ਚਾਹੀਦੇ ਨੇ। ਅੱਗੇ ਆਪਾਂ ਗੱਲ ਕਰਦੇ ਹਾਂ ਸਿੱਖਿਆ ਵਿਧੀ ਦੀ ਚੋਣ। ਸਿੱਖਿਆ ਵਿਧੀ ਦੀ ਚੋਣ। ਸਿੱਖਿਆ ਵਿਧੀ ਦੀ ਚੋਣ ਤੋਂ ਮਤਲਬ ਹੈ ਟੀਚਿੰਗ ਮੈਥਡ, ਕਿ ਅਸੀਂ ਕੋਈ ਟੌਪਿਕ ਪੜ੍ਹਾ ਰਹੇ ਹਾਂ ਤਾਂ ਉਸ ਟੌਪਿਕ ਨੂੰ ਕਿਹੜੇ ਮੈਥਡ ਰਾਹੀਂ ਪੜ੍ਹਾ ਰਹੇ ਹਾਂ। ਅਸੀਂ ਉਹਨੂੰ ਖੇਡ ਵਿਧੀ ਦੁਆਰਾ ਪੜ੍ਹਾ ਰਹੇ ਹਾਂ, ਜਾਂ ਫਿਰ ਉਹਨੂੰ ਡਿਸਕਸ਼ਨ ਮੈਥਡ ਨਾਲ ਪੜ੍ਹਾ ਰਹੇ ਹਾਂ, ਜਾਂ ਫਿਰ ਉੱਥੇ ਡਿਬੇਟ ਕਰਕੇ ਅਸੀਂ ਬੱਚਿਆਂ ਨੂੰ ਉਸ ਚੀਜ਼ ਬਾਰੇ ਜਾਣਕਾਰੀ ਦੇ ਰਹੇ ਹਾਂ। ਅਗਰ ਆਪਾਂ ਉਦਾਹਰਣ ਦੇ ਤੌਰ ਤੇ ਗੱਲ ਕਰੀਏ ਕਿ ਕੋਈ ਆਪਣਾ ਸਾਇੰਸ ਦਾ ਟੌਪਿਕ ਹੈ, ਕਿ ਜਿਹੜੇ ਸਾਇੰਸ ਐਂਡ ਟੈਕਨੋਲੋਜੀ ਦੇ ਲਾਭ ਤੇ ਹਾਨੀਆਂ ਦੀ ਗੱਲ ਕਰਦੇ ਹਾਂ, ਤੇ ਇਹਦੇ ਵਿੱਚ ਆਪਾਂ ਡਿਬੇਟ ਕਰਵਾ ਕੇ ਬੱਚਿਆਂ ਨੂੰ ਬਹੁਤ ਚੰਗੇ ਤਰੀਕੇ ਨਾਲ ਉਸ ਚੀਜ਼ ਜਿਹੜੀ ਸਮਝਾ ਸਕਦੇ ਹਾਂ। ਕਿਉਂਕਿ ਕੁਝ ਬੱਚਿਆਂ ਨੂੰ ਲੱਗਦਾ ਹੁੰਦਾ ਕਿ ਸਾਇੰਸ ਐਂਡ ਟੈਕਨੋਲੋਜੀ ਵਧੀਆ, ਕੁਝ ਕਹਿਣਗੇ ਇਹਦੇ ਵੀ ਕੁਝ ਨੁਕਸਾਨ ਨੇ, ਇਹ ਸਾਡੇ ਲਈ ਫਾਇਦੇਮੰਦ ਨਹੀਂ ਹੈ। ਤਾਂ ਇਸ ਤਰੀਕੇ ਨਾਲ ਜਿਹੜਾ ਕੀਤਾ ਗਿਆ ਹੁੰਦਾ ਗਾ ਪਾਠ ਜਾਂ ਵਿਸ਼ਾ ਵਸਤੂ, ਜਿਹੜਾ ਇਸ ਤਰੀਕੇ ਨਾਲ ਕਲੀਅਰ ਕੀਤਾ ਹੁੰਦਾ ਉਹ ਜ਼ਿਆਦਾ ਸਮੇਂ ਤੱਕ ਯਾਦ ਰਹਿੰਦਾ ਗਾ। ਇਸ ਕਰਕੇ ਸਾਨੂੰ ਇੱਕ ਕਲੀਅਰ ਜਿਹੜੀ ਸਿੱਖਿਆ ਵਿਧੀ ਦੀ ਚੋਣ ਹੈ, ਜਿਹੜਾ ਟੀਚਿੰਗ ਮੈਥਡ ਹੈ, ਉਹ ਕਲੀਅਰ ਕੱਟ ਕਰ ਲੈਣਾ ਚਾਹੀਦਾ ਕਿ ਜੋ ਵਿਸ਼ਾ ਵਸਤੂ ਦੇ ਅਨੁਸਾਰ ਸਾਨੂੰ ਪਹਿਲਾਂ ਹੀ ਮਿੱਥ ਲੈਣਾ ਚਾਹੀਦਾ ਕਿ ਅਸੀਂ ਕਿਹੜੇ ਮੈਥਡ ਰਾਹੀਂ ਜਿਹੜਾ ਟੌਪਿਕ ਹੈ ਜਾਂ ਵਿਸ਼ਾ ਵਸਤੂ ਉਹ ਕਲੀਅਰ ਕਰਵਾਉਣਾ। ਅੱਗੇ ਆਪਾਂ ਗੱਲ ਕਰਦੇ ਹਾਂ ਸਹਾਇਕ ਸਮੱਗਰੀ ਦੀ ਚੋਣ। ਸਹਾਇਕ ਸਮੱਗਰੀ ਦੀ ਚੋਣ। ਸਹਾਇਕ ਸਮੱਗਰੀ ਕੀ ਹੁੰਦੀ ਹੈ? ਪੜ੍ਹਾਉਂਦੇ ਸਮੇਂ ਜੋ ਆਪਾਂ ਯੂਜ਼ ਕਰਦੇ ਹਾਂ ਸਹਾਇਕ ਸਮੱਗਰੀ, ਜਿਵੇਂ ਕਿ ਆਪਾਂ ਬਲੈਕ ਬੋਰਡ ਹੋ ਗਿਆ, ਜਿਵੇਂ ਮੈਪਸ ਵਗੈਰਾ ਹੋ ਗਏ, ਜਾਂ ਫਿਰ ਕੋਈ ਚਾਰਟ ਵਗੈਰਾ ਹੋ ਗਏ, ਜਾਂ ਕੋਈ ਤਸਵੀਰਾਂ ਹੋ ਗਿਆ, ਪਿਕਚਰਸ ਹੋ ਗਿਆ। ਤਾਂ ਇਹੋ ਜਿਹੀ ਜਿਹੜੀ ਸਮੱਗਰੀ ਉਹ ਵੀ ਜਿਹੜਾ ਵਿਸ਼ਾ ਵਸਤੂ ਆਪਾਂ ਕਰਵਾਉਣਾ ਗਾ, ਜਿਸ ਟੌਪਿਕ ਤੇ ਆਪਾਂ ਗੱਲ ਕਰ ਰਹੇ ਹਾਂ ਉਸੇ ਟੌਪਿਕ ਦੇ ਅਨੁਸਾਰ ਹੋਣਾ ਚਾਹੀਦਾ ਗਾ। ਜੇਕਰ ਆਪਾਂ ਗੱਲ ਕਰਦੇ ਹਾਂ ਕਿ ਅਸੀਂ ਬੱਚਿਆਂ ਨੂੰ ਕਿਸੇ ਕਹਾਣੀ ਬਾਰੇ ਦੱਸ ਰਹੇ ਹਾਂ ਤਾਂ ਉਹਦੇ ਵਿੱਚ ਅਸੀਂ ਪਿਕਚਰਸ ਦਾ ਯੂਜ਼ ਕਰ ਸਕਦੇ ਹਾਂ। ਉਹ ਕਹਾਣੀ ਦੇ ਨਾਲ ਮਿਲਦੀਆਂ ਜੁਲਦੀਆਂ ਫੋਟੋਆਂ ਦਿਖਾ ਕੇ ਬੱਚਿਆਂ ਨੂੰ ਅਸੀਂ ਉਹ ਕਹਾਣੀ ਦੀ ਨੌਲੇਜ ਦੇ ਸਕਦੇ ਹਾਂ। ਜਾਂ ਫਿਰ ਜੇਕਰ ਅਸੀਂ ਗੱਲ ਕਰੀਏ, ਆਪਾਂ ਕੋਈ ਭੂਗੋਲਿਕ ਖੇਤਰ ਦੀ ਗੱਲ ਕਰ ਰਹੇ ਹਾਂ ਤਾਂ ਉਹਦੇ ਵਿੱਚ ਮੈਪ ਦੇ ਰਾਹੀਂ ਅਸੀਂ ਬੱਚਿਆਂ ਨੂੰ ਜਿਹੜੀ ਜ਼ਿਆਦਾ ਚੰਗੀ ਤਰ੍ਹਾਂ ਜਾਣਕਾਰੀ ਉਹ ਦੇ ਸਕਦੇ ਹਾਂ। ਇਸ ਕਰਕੇ ਜਿਹੜੀ ਵੀ ਸਹਾਇਕ ਸਾਮੱਗਰੀ ਵਰਤਣੀ ਹੋਵੇ, ਸਾਨੂੰ ਪਾਠ ਯੋਜਨਾ ਵਿੱਚ ਉਹਦਾ ਖਾਸ ਧਿਆਨ ਰੱਖਣਾ ਚਾਹੀਦਾ ਕਿ ਜੋ ਪਾਠ ਸਾਮੱਗਰੀ ਅਸੀਂ ਵਰਤ ਰਹੇ ਹਾਂ ਉਹ ਵਿਸ਼ੇ ਦੇ ਜਿਹੜੇ ਨਾ ਅਨੁਕੂਲ ਹੋਣੀ ਚਾਹੀਦੀ ਹੈ। ਅੱਗੇ ਆਪਾਂ ਗੱਲ ਕਰਦੇ ਹਾਂ ਤਾਲਮੇਲ ਬਣਾਉਣਾ। ਤਾਲਮੇਲ ਬਣਾਉਣਾ। ਕੋਈ ਵੀ ਪਾਠ ਯੋਜਨਾ ਉਦੋਂ ਤੱਕ ਸਫਲ ਨਹੀਂ ਹੋ ਸਕਦੀ ਜਦੋਂ ਤੱਕ ਕਿ ਉਹਦੇ ਵਿੱਚ ਤਾਲਮੇਲ ਦੀ ਕਮੀ ਹੋਵੇ। ਤਾਲਮੇਲ ਦਾ ਮਤਲਬ ਹੈ ਕਿ ਅਸੀਂ ਜੋ ਪਹਿਲਾਂ ਪਾਠ ਪੜ੍ਹਾਇਆ ਸੀ, ਜੋ ਪਹਿਲਾਂ ਲੈਕਚਰ ਲਿਆ ਸੀਗਾ, ਤਾਂ ਜਿਹੜਾ ਆਪਾਂ ਨਵਾਂ ਲੈਕਚਰ ਲੈਣਾ ਤਾਂ ਉਹ ਪਿਛਲੇ ਲੈਕਚਰ ਵਿੱਚ ਤੇ ਨਵੇਂ ਲੈਕਚਰ ਵਿੱਚ, ਜਾਂ ਪਿਛਲੇ ਪਾਠ ਤੇ ਨਵੇਂ ਪਾਠ ਵਿੱਚ ਥੋੜਾ ਜਿਹਾ ਤਾਲਮੇਲ ਬਣਾ ਲੈਣਾ ਚਾਹੀਦਾ ਗਾ। ਸਾਨੂੰ ਜਦੋਂ ਵੀ ਕੋਈ ਨਵਾਂ ਟੌਪਿਕ ਸ਼ੁਰੂ ਕਰਨਾ ਤਾਂ ਪਹਿਲਾਂ ਆਪਾਂ ਨੂੰ ਥੋੜਾ ਜਿਹਾ ਪਿਛਲੇ ਟੌਪਿਕ ਤੇ ਵੀ ਚਾਨਣਾ ਪਾ ਲੈਣਾ ਚਾਹੀਦਾ ਕਿ ਪਿਛਲੇ ਟੌਪਿਕ ਵਿੱਚ ਅਸੀਂ ਇਹ ਚੀਜ਼ ਪੜ੍ਹੀ ਸੀਗੀ ਤਾਂ ਹੁਣ ਅੱਗੇ ਅਸੀਂ ਕੀ ਚੀਜ਼ ਕਰਨ ਜਾ ਰਹੇ ਹਾਂ। ਤਾਂ ਪਾਠ ਯੋਜਨਾ ਇਹੋ ਜਿਹੀ ਹੋਣੀ ਚਾਹੀਦੀ ਹੈ ਜਿਹੜੀ ਹਰ ਇੱਕ ਵਿਸ਼ੇ ਵਸਤੂ ਨੂੰ ਅਗਲੇ ਪਿੱਛੇ ਵਾਲੇ ਵਿਸ਼ੇ ਵਸਤੂ ਦੇ ਨਾਲ ਜਾਂ ਪਿੱਛੇ ਵਾਲੇ ਪਾਠ ਦੇ ਨਾਲ ਤਾਲਮੇਲ ਬਣਾਉਣ ਵਿੱਚ ਸਹਾਇਤਾ ਕਰ ਸਕੇ। ਅੱਗੇ ਆਪਾਂ ਗੱਲ ਕਰਦੇ ਹਾਂ ਲਚਕਦਾਰ। ਜਿਹੜੀ ਪਾਠ ਯੋਜਨਾ ਵੀ ਉਹ ਲਚੀਲੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਲਚਕਦਾਰ ਤੋਂ ਮਤਲਬ ਹੈ ਕਿ ਪਾਠ ਯੋਜਨਾ ਇਹੋ ਜਿਹੀ ਹੋਣੀ ਚਾਹੀਦੀ ਹੈ ਕਿ ਉਹ
ਐਟ ਏ ਟਾਈਮ ਤੇ ਆ ਕੇ ਉਹਦੇ ਵਿੱਚ ਚੇਂਜਸ ਕੀਤੇ ਜਾਣੇ ਸੰਭਵ ਹੋ ਸਕਣ। ਕਿਉਂਕਿ ਕਈ ਵਾਰ ਜਿਹੜੀ ਸਿਚੁਏਸ਼ਨ ਹੁੰਦੀ ਹੈ ਜਾਂ परिस्थिति ਇਹੋ ਜਿਹੀ ਹੁੰਦੀ ਹੈ ਕਿ ਜੋ ਅਸੀਂ ਸੋਚ ਕੇ ਗਏ ਹੁੰਦੇ ਹਾਂ, ਜੋ ਉਦੇਸ਼ ਰੱਖ ਕੇ ਅਸੀਂ ਵਿਸ਼ੇ ਵਸਤੂ ਜਾਂ ਪਾਠ ਪੜ੍ਹਾਉਣ ਜਾਂਦੇ ਹਾਂ, ਤਾਂ ਕਈ ਵਾਰੀ ਸਾਨੂੰ ਉਹ ਤੋਂ ਥੋੜਾ ਪਿੱਛੇ ਹਟਣਾ ਪੈਂਦਾ ਜਾਂ ਉਹਦੇ ਵਿੱਚ ਨਵਾਂ ਕੋਈ ਹੋਰ ਚੀਜ਼ ਜਿਹੜੀ ਨਾ ਐਡ ਕਰਨੀ ਪੈਂਦੀ ਹੈ। ਤਾਂ ਇਹ ਜਿਹੜੀ ਚੰਗੀ ਪਾਠ ਯੋਜਨਾ ਦਾ ਸਭ ਤੋਂ ਵੱਡਾ ਗੁਣ ਇਹ ਹੈ ਕਿ ਪਾਠ ਯੋਜਨਾ ਲਈ ਮੌਕੇ ਤੇ ਸਥਿਤੀ ਅਨੁਸਾਰ ਇਸ ਨੂੰ ਬਦਲਿਆ ਜਾ ਸਕੇ। तो सब तो बड़ा ਜਿਹੜਾ ਲਚੀਲੇਪਨ ਦਾ ਫਾਇਦਾ ਹੁੰਦਾ ਗਾ, ਅਸੀਂ ਬੱਚਿਆਂ ਦੀ ਜਿਹੜੀ ਉਪਸਥਿਤੀ ਹੈ ਜਾਂ ਬੱਚਿਆਂ ਦੀ ਜਿਹੜੀ ਜ਼ਰੂਰਤ ਹੈ ਉਹਦੇ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਜਿਹੜੀ ਪਾਠ ਯੋਜਨਾ ਉਹਦੇ ਵਿੱਚ ਜਿਹੜਾ ਫੇਰ ਬਦਲ ਉਹ ਕਰ ਸਕੀਏ। ਅੱਗੇ ਆਪਾਂ ਗੱਲ ਕਰਦੇ ਹਾਂ ਸ਼੍ਰੇਣੀ ਕਿਰਿਆਵਾਂ ਦੀ ਚੋਣ। ਸ਼੍ਰੇਣੀ ਕਿਰਿਆਵਾਂ ਦੀ ਚੋਣ। ਸ਼੍ਰੇਣੀ ਵਿੱਚ ਕਿਹੜੀਆਂ ਜਿਹੜੀਆਂ ਐਕਟੀਵਿਟੀਜ਼ ਕਰਵਾਈ ਜਾਣੀਆਂ ਨੇ, ਜੋ ਪਾਠ ਅਸੀਂ ਬੱਚਿਆਂ ਨੂੰ ਪੜ੍ਹਾਉਣਾ ਗਾ, ਜੋ ਬੱਚਿਆਂ ਨੂੰ ਵਿਸ਼ੇ ਵਸਤੂ ਦੀ ਜਾਣਕਾਰੀ ਦੇਣੀ ਆ, ਉਹ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਐਕਟੀਵਿਟੀਜ਼ ਨੇ, ਜਿਹੜੀਆਂ ਕਿਰਿਆਵਾਂ ਨੇ ਉੱਥੇ ਉਹ ਕਰਵਾਉਣ ਦੀ ਜ਼ਰੂਰਤ ਹੁੰਦੀ ਹੈ। ਇਸ ਕਰਕੇ ਸਾਨੂੰ ਜਿਹੜੀ ਸਿੱਖਿਆ ਵਿਧੀ ਦੀ ਜਿਵੇਂ ਅਸੀਂ ਚੋਣ ਕਰਨੀ ਉਹ ਉਵੇਂ ਨਾਲ ਦੀ ਨਾਲ ਕਿ ਸਾਨੂੰ ਜਿਹੜੀਆਂ ਕਿਰਿਆਵਾਂ ਅਸੀਂ ਕਰਵਾਉਣੀਆਂ ਨੇ, ਜਿਹੜੀਆਂ ਐਕਟੀਵਿਟੀਜ਼ ਅਸੀਂ ਕਰਵਾਉਣੀਆਂ ਨੇ, ਉਹਨਾਂ ਦੀ ਐਕਟੀਵਿਟੀਜ਼ ਦੀ ਵੀ ਜਿਹੜੀ ਚੋਣ ਹੈ ਉਹ ਨਾਲੋਂ ਨਾਲ ਕਰ ਲੈਣੀ ਚਾਹੀਦੀ ਹੈ। ਅੱਗੇ ਆਪਾਂ ਗੱਲ ਕਰਦੇ ਹਾਂ ਵਿਅਕਤੀਗਤ ਅੰਤਰ। ਵਿਅਕਤੀਗਤ ਅੰਤਰ देखो सानू सब नूं पता कि हर एक बच्चे का जिहड़ा मैंटल लैवल है वो सेम नहीं हुंदा। हर एक बच्चे की जिहड़ी सोचण समझण दी अपनी एक तरीका हुंदा, अपनी एक जिहड़ी पावर है हुंदी आ। हर एक बच्चे का जिहड़ा IQ लैवल है वो अलग अलग हुंदा गा। कई बच्चे बहुत ज़्यादा इंटैलीजेंट हुंदे ने ते वो बहुत जल्दी जिहड़ियां गल्लां नूं कैच करदे ने कि जस्ट उन्हां नूं एक वारी समझाउण दी लोड़ हुंदी है। कई बच्चे इहो जिहे हुंदे ने कि उन्हां नूं बार-बार समझाउणा पैंदा गा। ਇੱਕੋ ਹੀ ਗੱਲ ਨੂੰ 5-7 ਵਾਰ ਸਮਝਾਉਣ ਤੋਂ ਬਾਅਦ ਉਹਨਾਂ ਨੂੰ ਚੀਜ਼ਾਂ ਜਿਹੜੀਆਂ ਸਮਝ ਆਉਂਦੀਆਂ ਨੇ। ਔਰ ਵਿੱਚੋਂ ਕਈ ਬੱਚੇ ਇਹੋ ਜਿਹੇ ਹੁੰਦੇ ਨੇ ਜਿਹੜੇ ਐਵਰੇਜ ਹੁੰਦੇ ਨੇ, 1-2 ਵਾਰੀ ਦੱਸੋ ਤੇ ਥੋੜਾ ਜਿਹਾ ਉਹ ਧਿਆਨ ਦੇਣ ਨਾਲੋਂ ਜਿਹੜੀਆਂ ਚੀਜ਼ਾਂ ਨੇ ਉਹ ਸਮਝ ਜਾਂਦੇ ਨੇ। ਤਾਂ ਜਿਹੜੀ ਚੰਗੀ ਪਾਠ ਯੋਜਨਾ ਹੁੰਦੀ ਆ ਉਹ ਹਰ ਇੱਕ ਪੱਧਰ ਦੇ ਬੱਚੇ ਨੂੰ ਧਿਆਨ ਵਿੱਚ ਰੱਖਦੇ ਹੋਏ ਬਣਾਈ ਜਾਣੀ ਚਾਹੀਦੀ ਹੈ। ਜੇ ਉਹ ਆਪਾਂ ਵਿਸ਼ਾ ਵਸਤੂ ਕਰਵਾਉਂਦੇ ਹਾਂ ਉਹਦੇ ਵਿੱਚ ਆਪਾਂ ਇੰਨਾ ਕੁ ਵਿਸ਼ਾ ਵਸਤੂ ਔਰ ਇਹੋ ਜਿਹਾ ਟੀਚਿੰਗ ਮੈਥਡ ਔਰ ਇਹੋ ਜਿਹੀਆਂ ਜਿਹੜੀਆਂ ਕਿਰਿਆਵਾਂ ਨੇ ਉਹ ਚੂਜ਼ ਕਰਨੀਆਂ ਚਾਹੀਦੀਆਂ ਨੇ ਜਿਹੜੀਆਂ ਹਰ ਇੱਕ ਬੱਚੇ ਨੂੰ ਜਿਹੜੀਆਂ ਸਹਾਇਤਾ ਕਰ ਸਕਣ, ਹਰ ਇੱਕ ਬੱਚੇ ਨੂੰ ਸਮਝਣ ਵਿੱਚ ਉਹ ਸਹਾਇਤਾ ਕਰ ਸਕਣ। ਕਿਉਂਕਿ ਇੰਟੈਲੀਜੈਂਟ ਬੱਚੇ ਜਲਦੀ ਸਮਝ ਲੈਂਦੇ ਨੇ ਔਰ ਜਿਹੜੇ ਬਾਕੀ ਬੱਚੇ ਬਚ ਜਾਂਦੇ ਨੇ ਫਿਰ ਉਹਨਾਂ ਨੂੰ ਦਿੱਕਤ ਆਉਂਦੀ ਹੈ। ਇਸ ਕਰਕੇ ਸਾਨੂੰ ਉਹਨਾਂ ਬੱਚਿਆਂ ਦਾ ਵੀ ਖਾਸ ਖਿਆਲ ਰੱਖਣਾ ਚਾਹੀਦਾ ਕਿ ਜਿਹੜੇ ਜਿਨ੍ਹਾਂ ਦਾ ਮਾਨਸਿਕ ਪੱਧਰ ਘੱਟ ਹੈ ਕਿ ਉਹ ਬੱਚੇ ਪੜ੍ਹਾਈ ਵਿੱਚ ਪਿਛੜ ਨਾ ਜਾਣ। ਇਸ ਕਰਕੇ ਵਿਸ਼ਾ ਵਸਤੂ ਦੀ ਜਾਣਕਾਰੀ ਪ੍ਰਦਾਨ ਕਰਨ ਲਈ ਸਾਨੂੰ ਹਰ ਇੱਕ ਬੱਚੇ ਦੇ ਮਾਨਸਿਕ ਪੱਧਰ ਦਾ ਧਿਆਨ ਰੱਖਦੇ ਹੋਏ ਜਿਹੜੀ ਪਾਠ ਯੋਜਨਾ ਉਹ ਤਿਆਰ ਕਰਨੀ ਚਾਹੀਦੀ ਹੈ। ਅੱਗੇ ਆਪਾਂ ਗੱਲ ਕਰਦੇ ਹਾਂ ਸਧਾਰਨ ਗੱਲਾਂ ਬਾਰੇ ਜਾਣਕਾਰੀ। ਜਿਹੜਾ ਇਹਦਾ ਨੈਕਸਟ ਪੁਆਇੰਟ ਹੈ 9th ਪੁਆਇੰਟ ਤੇ ਆਪਾਂ ਗੱਲ ਕਰਦੇ ਹਾਂ ਸਧਾਰਨ ਗੱਲਾਂ ਬਾਰੇ ਜਾਣਕਾਰੀ। ਗੱਲਾਂ ਬਾਰੇ ਜਾਣਕਾਰੀ कि सानू जिहड़ा पाठ असीं करवाउणा गा, जो विषय वस्तु असीं बच्चों नूं करवाउण जा रहे हां उत्थे उह सधारण गल्लां बारे जिहड़ी जानकारी आ ओह बच्चों नूं प्रोवाइड करनी चाहीदी है। जिवें अध्यापक दा नाम, श्रेणी, पीरियड, विषय वस्तु आपां जो भी करवा रहे ते इहो जिहियां बहुत सारियां जिहड़ियां सधारण गल्लां ने उन्हां बारे बच्चों नूं दसना चाहीदा है। एक चंगी पाठ योजना दा जिहड़ा गुण हुंदा गा जां फिर एक सिद्धांत हुंदा गा कि बच्चे नूं जदों भी आपां कोई विषय वस्तु जां फिर कोई भी पाठ आपां बच्चे नूं करवाउण जा रहे हां तां आपां नूं टीचर दा नाम दसना चाहीदा कि फलाना जिहड़ा टीचर है तुहानूं इह वाला विषय जिहड़ा ओह करवाऊगा और इह किन्नवां जिहड़ा पीरियड है तुहाडा इह लगू, किन्ने समय विच जिहड़ा इह कंप्लीट हो जू, मतलब किन्ने समय दा जिहड़ा इह पीरियड ओह लगना और जिहड़ी किहड़ी एक्टिविटीज़ है ओह बच्चे नूं करवाई जाऊगी पाठ दे थ्रू। ते सधारण गल्लां बारे जानकारी दे के असीं जिहड़ा उद्देश है साडा एक चंगा पाठ पढ़ाउण दा जां विषय वस्तु बारे एक वधिया रूप विच जानकारी देण दा ते ओह बहुत ही ज़्यादा जिहड़ा सहायक हुंदा है। अगे आपां गल करदे हां संदर्भ पुस्तकां दी सूची। जिहड़ा इहदा 10th पॉइंट है संदर्भ पुस्तकां दी सूची। संदर्भ पुस्तकां दी सूची मतलब कि जिहड़ियां पुस्तकां उस विषय वस्तु नाल रिलेटेड ने। चंगी पाठ योजना संदर्भ ते हवाला पुस्तकां वल भी इशारा करती है।
ਜਦੋਂ ਆਪਾਂ ਪਾਠ ਯੋਜਨਾ ਬਣਾਉਣੇ ਆ ਉੱਥੇ ਸਾਨੂੰ ਇਹ ਲਿਖਣਾ ਚਾਹੀਦਾ, ਇਹ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਕਿ ਅਸੀਂ ਜੋ ਟੌਪਿਕ ਪੜ੍ਹਾ ਸਕਦੇ ਹਾਂ ਕਿ ਕਿਹੜੀਆਂ ਕਿਹੜੀਆਂ ਜਿਹੜੀਆਂ ਕਿਤਾਬਾਂ ਨੇ ਉਹਦੇ ਵਿੱਚ ਮਿਲਦਾ ਹੈ, ਜਾਂ ਕਿਹੜੀ ਇਹੋ ਜਿਹੀ ਕਿਤਾਬ ਆ ਜਿਹਦੇ ਵਿੱਚ ਇਹ ਬਹੁਤ ਵਧੀਆ ਦਿੱਤਾ ਗਿਆ ਹੈ। ਕਿਉਂਕਿ ਕਈ ਵਾਰ ਹੁੰਦਾ ਗਾ ਕਿ ਜੋ ਪਾਠ ਆਪਾਂ ਪੜ੍ਹਾ ਰਹੇ ਹੁੰਦੇ ਹਾਂ ਜਾਂ ਜੋ ਵਿਸ਼ਾ ਵਸਤੂ ਆਪਾਂ ਕਰਵਾਉਣਾ ਹੁੰਦਾ ਗਾ ਉਹ ਇੱਕ ਬੁੱਕ ਵਿੱਚ ਚੰਗੀ ਤਰ੍ਹਾਂ ਨਹੀਂ ਦਿੱਤਾ ਹੁੰਦਾ, ਤਾਂ ਉਹਦੇ ਲਈ ਕਈ ਕਿਤਾਬਾਂ ਦੀ ਜਿਹੜੀ ਜ਼ਰੂਰਤ ਪੈਂਦੀ ਆ। ਤਾਂ ਇਸ ਕਰਕੇ ਚੰਗੀ ਪਾਠ ਯੋਜਨਾ ਵਿੱਚ ਕਿਤਾਬਾਂ ਦਾ ਜਿਹੜਾ ਹਵਾਲਾ ਹੈ ਜਾਂ ਫਿਰ ਹਵਾਲਾ ਕਿਤਾਬਾਂ ਹੁੰਦੀਆਂ ਨੇ, ਇਹਦੇ ਨਾਲ ਰੈਫਰੈਂਸ ਜਿਹੜੀ ਉਹ ਬੁੱਕਸ ਹੁੰਦੀਆਂ ਨੇ ਉਹਦੀ ਵੀ ਜਾਣਕਾਰੀ ਨਿਹਿਤ ਕੀਤੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ, ਜੋ ਪੁਸਤਕਾਂ ਕੀ ਵਿਸ਼ੇ ਵਸਤੂ ਨਾਲ ਸੰਬੰਧਿਤ ਹੁੰਦੀਆਂ ਹਨ। ਇਹ ਹਵਾਲਾ ਪੁਸਤਕਾਂ ਤੇ ਗ੍ਰੰਥ ਵਰਤਣ ਦੀ ਸਲਾਹ ਵੀ ਦਿੰਦਾ ਹੈ ਤਾਂ ਕਿ ਜਿਹੜੀ ਪੜ੍ਹਾਈ ਆ ਉਹ ਪੂਰਨ ਰੂਪ ਵਿੱਚ ਹੋ ਸਕੇ, ਜੋ ਸਾਡੇ ਉਦੇਸ਼ ਨੇ ਉਹ ਅਸੀਂ ਪੂਰੇ ਕਰ ਸਕੀਏ। ਇਸ ਪ੍ਰਕਾਰ ਇੱਕ ਚੰਗੀ ਪਾਠ ਯੋਜਨਾ ਹੀ ਅਧਿਆਪਕ ਦੀ ਜਿਹੜੀ ਸਹਾਇਤਾ ਉਹ ਚੰਗੀ ਤਰੀਕੇ ਨਾਲ ਕਰ ਸਕਦੀ ਹੈ, ਤਾਂ ਜੋ ਅਧਿਆਪਕ ਨੇ ਜੋ ਉਦੇਸ਼ ਮਿੱਥੇ ਨੇ ਜਾਂ ਫਿਰ ਜੋ ਵਿਸ਼ਾ ਵਸਤੂ ਉਹਨੇ ਕਰਵਾਉਣਾ ਹੈ ਉਸਦੀ ਜਿਹੜੀ ਚੰਗੀ ਜਾਣਕਾਰੀ ਉਹ ਅਧਿਆਪਕ ਨੂੰ ਪ੍ਰਦਾਨ ਕਰ ਸਕੇ। ਤੇ ਇਹ ਅਧਿਆਪਕ ਨੂੰ ਦੁਹਰਾਈ ਅਤੇ ਜਿਹੜਾ ਸਵੈ ਮੁਲਾਂਕਣ ਕਰਨਾ ਹੁੰਦਾ ਗਾ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਜਿਹੜਾ ਸਹਾਇਕ ਹੁੰਦੀ ਹੈ, ਕਿਉਂਕਿ ਜਦੋਂ ਪਾਠ ਯੋਜਨਾ ਇੱਕ ਬਣਾਈ ਜਾਂਦੀ ਹੈ ਕਿਸੇ ਟੌਪਿਕ ਨੂੰ ਲੈ ਕੇ, ਫਿਰ ਆਪਾਂ ਉਹਦੇ ਵਿੱਚ ਲਿਖਦੇ ਹਾਂ ਕਿ ਅੱਜ ਮੈਂ ਕੀ ਪੜ੍ਹਾਉਣਾ, ਕਿੱਥੋਂ ਸਟਾਰਟ ਕਰਨਾ, ਕਿਵੇਂ ਸਟਾਰਟ ਕਰਨਾ, ਤੇ ਅਧਿਆਪਕ ਨੂੰ ਜਿਹੜਾ ਆਪਣਾ ਮੁਲਾਂਕਣ ਕਰਨ ਵਿੱਚ ਵੀ ਇਹ ਕਾਫੀ ਜਿਹੜੀ ਮਦਦ ਕਰਦੀ ਹੈ। ਅਧਿਆਪਕ ਨੂੰ ਪਤਾ ਚੱਲਦਾ ਕਿ ਉਹ ਕਿਸ ਏਰੀਆ ਵਿੱਚ ਜਿਹੜੀ ਉਹਦੀ ਪਕੜ ਉਹ ਵਧੀਆ ਔਰ ਕਿੱਥੇ ਜਿਹੜੀ ਉਹਨੂੰ ਹੋਰ ਅਭਿਆਸ ਦੀ ਜ਼ਰੂਰਤ ਹੈ। ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਇਸ ਸਵੈ ਮੁਲਾਂਕਣ ਲਈ ਵੀ ਜਿਹੜੀ ਪਾਠ ਯੋਜਨਾ ਬਹੁਤ ਆਪਣਾ ਮਹੱਤਵਪੂਰਨ ਰੋਲ ਅਦਾ ਕਰਦੀ ਹੈ। ਪਾਠ ਪੜ੍ਹਾਉਣ ਪਿੱਛੋਂ ਅਧਿਆਪਕ ਨੂੰ ਇਹ ਵੀ ਪਤਾ ਲੱਗਦਾ ਹੈ ਕਿ ਜੋ ਵੀ ਉਸਨੇ ਜਿਹੜੀਆਂ ਵਿਧੀਆਂ ਸੀ, ਜੋ ਟੀਚਿੰਗ ਮੈਥਡ ਸੀ ਜਾਂ ਫਿਰ ਟੈਕਨੀਕ ਸੀ ਉਹ ਵਰਤੀਆਂ ਉਹ ਸਹਾਇਕ ਹੈ ਵੀ ਜਾਂ ਨਹੀਂ, ਉਹਨਾਂ ਨੂੰ ਵਰਤਿਆ ਜਾਣਾ ਸਹੀ ਵੀ ਸੀ ਜਾਂ ਨਹੀਂ, ਕਿੰਨਾ ਕਿ ਉਹ ਟੌਪਿਕ ਦੇ ਨਾਲ ਜਿਹੜੀਆਂ ਮਿਲਦੀਆਂ ਜੁਲਦੀਆਂ ਸੀ ਜਾਂ ਕਿੰਨਾ ਕੁ ਉਹਨਾਂ ਨੇ ਚੰਗੀ ਤਰੀਕੇ ਨਾਲ ਜਿਹੜਾ ਟੌਪਿਕ ਉਹ ਕਲੀਅਰ ਕਰ ਦਿੱਤਾ। ਕਿਉਂਕਿ ਕਿਸੇ ਵੀ ਚੀਜ਼ ਦਾ ਜਦੋਂ ਆਪਾਂ ਦੇਖਣਾ ਹੁੰਦਾ ਗਾ ਕਿ ਉਹ ਕਿੰਨੀ ਫਾਇਦੇਮੰਦ ਹੈ ਔਰ ਕਿੰਨਾ ਕਿ ਉਹਦਾ ਕੀ ਜ਼ਰੂਰਤ ਨਹੀਂ ਹੈ, ਤਾਂ ਸਾਨੂੰ ਉਸ ਚੀਜ਼ਾਂ ਨੂੰ ਵਰਤ ਕੇ ਦੇਖਣਾ ਪੈਂਦਾ, ਉਸ ਚੀਜ਼ਾਂ ਦਾ ਪ੍ਰਯੋਗ ਕਰਕੇ ਦੇਖਣਾ ਪੈਂਦਾ, ਤੇ ਪਾਠ ਯੋਜਨਾ ਵਿੱਚ ਬਹੁਤ ਹੀ ਜ਼ਿਆਦਾ ਜਿਹੜੀ ਸਹਾਇਕ ਉਹ ਸਿੱਧ ਹੋ ਸਕਦੀ ਹੈ। ਆਉਣ ਵਾਲੇ ਸਮੇਂ ਵਿੱਚ ਮੁਲਾਂਕਣ ਦੀ ਰੋਸ਼ਨੀ ਵਿੱਚ ਅਧਿਆਪਨ ਆਪਣੇ ਆਪ ਵਿੱਚ ਜਿਹੜਾ ਸੁਧਾਰ ਆ ਉਹ ਲਿਆ ਸਕਦਾ ਇੱਕ ਚੰਗੀ ਪਾਠ ਯੋਜਨਾ ਦੀ ਸਹਾਇਤਾ ਨਾਲ। ਤਾਂ ਇਹ ਸੀ ਅੱਜ ਦਾ ਆਪਣਾ ਜਿਹੜਾ ਟੌਪਿਕ, ਇੱਕ ਵਿਆਪਕ ਪਾਠ ਯੋਜਨਾ ਕਿ ਜਿਹੜੀ ਪਾਠ ਯੋਜਨਾ ਉਹ ਕੀ ਹੁੰਦੀ ਹੈ, ਔਰ ਉਸ ਤੋਂ ਬਾਅਦ ਆਪਾਂ ਇਹਦੀ ਗੱਲ ਕੀਤੀ ਕਿ ਜਿਹੜੀ ਪਾਠ ਯੋਜਨਾ ਦੀ ਸਾਨੂੰ ਕਿਉਂ ਜ਼ਰੂਰਤ ਹੁੰਦੀ ਹੈ, ਕੀ ਸਾਡੇ ਜ਼ਿੰਦਗੀ ਵਿੱਚ ਸਟੂਡੈਂਟ ਦੀ ਜ਼ਿੰਦਗੀ ਵਿੱਚ ਔਰ ਜਿਹੜਾ ਟੀਚਰ ਉਹਦੀ ਜ਼ਿੰਦਗੀ ਵਿੱਚ ਪਾਠ ਯੋਜਨਾ ਦੇ ਕੀ ਜਿਹੜਾ ਮਹੱਤਵ ਹੈ ਇਹ ਹੁੰਦਾ ਹੈ। ਤੇ ਉਸ ਤੋਂ ਬਾਅਦ ਆਪਾਂ ਗੱਲ ਕੀਤੀ ਇਹਦੇ ਸਿਧਾਂਤਾਂ ਦੀ ਕਿ ਇੱਕ ਜਿਹੜੀ ਚੰਗੀ ਪਾਠ ਯੋਜਨਾ ਦੀ ਉਹਦੇ ਕਿਹੜੇ ਕਿਹੜੇ ਜਿਹੜੇ ਸਿਧਾਂਤ ਜਾਂ ਫਿਰ ਕਿਹੜੇ ਕਿਹੜੇ ਗੁਣ ਹੋਣੇ ਚਾਹੀਦੇ ਨੇ। ਆਪਾਂ ਇੱਥੇ 10 ਪੁਆਇੰਟਸ ਕੀਤੇ ਨੇ, ਇਹਦੇ 10 ਪੁਆਇੰਟਸ ਆਪਾਂ ਇਹਨੂੰ ਕਲੀਅਰ ਕਰਤਾ ਕਿ ਜਿਹੜੇ ਕਿਹੜੇ ਇਹਦੇ ਗੁਣ ਹੋਣੇ ਚਾਹੀਦੇ ਨੇ। ਇਹਦੇ ਆਪਾਂ ਗੁਣ ਕੀਤੇ ਨੇ ਲਿਖਤ ਰੂਪ ਵਿੱਚ, ਸਪਸ਼ਟ ਉਦੇਸ਼, ਸਿੱਖਿਆ ਵਿਧੀ ਦੀ ਚੋਣ, ਸਹਾਇਕ ਸਾਮੱਗਰੀ ਦੀ ਚੋਣ, ਤਾਲਮੇਲ ਬਣਾਉਣ ਵਿੱਚ ਸਹਾਇਕ ਹੋਣੀ ਚਾਹੀਦੀ ਹੈ, ਇਹ ਲਚਕਦਾਰ ਹੋਣੀ ਚਾਹੀਦੀ ਹੈ, ਸ਼੍ਰੇਣੀ ਕਿਰਿਆਵਾਂ ਦੀ ਚੋਣ ਚੰਗੀ ਤਰੀਕੇ ਨਾਲ ਕੀਤੀ ਹੋਣੀ ਚਾਹੀਦੀ ਹੈ, ਵਿਅਕਤੀਗਤ ਅੰਤਰ ਨੂੰ ਧਿਆਨ ਵਿੱਚ ਰੱਖਦੇ ਹੋਏ ਬਣਾਉਣੀ ਚਾਹੀਦੀ ਹੈ, ਸਧਾਰਨ ਗੱਲਾਂ ਬਾਰੇ ਜਾਣਕਾਰੀ ਜ਼ਰੂਰ ਦੇਣੀ ਚਾਹੀਦੀ ਹੈ, ਔਰ ਜਿਹੜੀ ਸੰਦਰਭ ਪੁਸਤਕਾਂ ਹੁੰਦੀਆਂ ਨੇ ਉਹਨਾਂ ਦਾ ਵੀ ਹਵਾਲਾ ਇੱਕ ਚੰਗੀ ਪਾਠ ਯੋਜਨਾ ਵਿੱਚ ਦਿੱਤਾ ਜਾ ਸਕਦਾ ਹੈ। ਤਾਂ ਅੱਜ ਦਾ ਇਹ ਲੈਕਚਰ ਜਿਹੜਾ ਆਪਣਾ ਇੱਥੇ ਹੀ ਕੰਪਲੀਟ ਹੋ ਰਿਹਾ ਹੈਗਾ। ਆਪਾਂ ਇੱਥੇ ਸਿਰਫ ਪਾਠ ਯੋਜਨਾ ਦੀ ਗੱਲ ਕੀਤੀ, ਤਾਂ ਨੈਕਸਟ ਲੈਕਚਰ ਵਿੱਚ ਆਪਾਂ ਕੁਝ ਪਾਠ ਯੋਜਨਾ ਜਿਹੜੀਆਂ ਉਹ ਬਣਾ ਕੇ ਵੀ ਦੱਸਾਂਗੇ ਕਿ ਗ੍ਰਾਮਰ ਪੜ੍ਹਾਉਣ ਲਈ ਜਿਹੜੀ ਪਾਠ ਯੋਜਨਾ ਉਹ ਕਿਵੇਂ ਤਿਆਰ ਕਰਦੇ ਆ, ਜਾਂ ਕਵਿਤਾ ਪੜ੍ਹਾਉਣ ਲਈ ਜਿਹੜੀ ਪਾਠ ਯੋਜਨਾ ਆਪਾਂ ਕਿਵੇਂ ਤਿਆਰ ਕਰ ਸਕਦੇ ਹਾਂ। ਤੇ ਅੱਜ ਦਾ ਲੈਕਚਰ ਜਿਹੜਾ ਆਪਣਾ ਇੱਥੇ ਹੀ ਕੰਪਲੀਟ ਹੋ ਰਿਹਾ ਹੈਗਾ। ਨੈਕਸਟ ਲੈਕਚਰ ਵਿੱਚ ਆਪਾਂ ਨੈਕਸਟ ਟੌਪਿਕ ਕਰਾਂਗੇ। ਧੰਨਵਾਦ।